सत श्री अकाल दोस्तों, मेरा नाम है हरप्रीत ਤੇ ਤੁਸੀਂ ਦੇਖ ਰਹੇ ਹੋ ਅਪਲਾਈ ਸਟੱਡੀ ਵੀਜ਼ਾ ਦਾ ਇੱਕ ਹੋਰ ਫਰੈਸ਼ ਨਿਊ ਵੀਡੀਓ ਜਿੱਥੇ ਅੱਜ ਆਪਾਂ ਗੱਲ ਕਰਾਂਗੇ ਫਲੈਮਿੰਗ ਕਾਲਜ ਦੇ ਬਾਰੇ ਜੋ ਕਿ ontario ਦੇ ਵਿੱਚ ਸਥਿਤ ਹੈ ਪਿਟਸਬਰਗ ਦੇ ਵਿੱਚ। ਜੇਕਰ ਤੁਸੀਂ ਫਲੈਮਿੰਗ ਕਾਲਜ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖੋ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਹੜੇ ਇਨਟੇਕਸ ਅਵੇਲੇਬਲ ਨੇ, ਪ੍ਰੋਗਰਾਮਸ ਕਿਹੜੇ ਫਲੈਮਿੰਗ ਕਾਲਜ ਦੇ ਵਿੱਚ ਅਵੇਲੇਬਲ ਨੇ, ਰਿਫੰਡ ਪॉलिसी ਕੀ ਹੈ, ਕੈਂਪਸ ਦੀ ਲੋਕੇਸ਼ਨ ਕੀ ਹੈ, ਲਾਈਕ ਇੱਥੇ ਤੁਹਾਨੂੰ ਟਿਊਸ਼ਨ ਫੀਸ ਕੀ ਪੈਗੀ, ਆਫਰ ਲੈਟਰ ਆਉਣ ਨੂੰ ਕਿੰਨਾ ਟਾਈਮ ਲੱਗ ਜਾਏਗਾ, ਐਡਮਿਸ਼ਨ ਰਿਕੁਆਇਰਮੈਂਟਸ ਕੀ ਨੇ, ਇੰਗਲਿਸ਼ ਪ੍ਰੋਫੀਸ਼ੈਂਸੀ ਦੀ ਰਿਕੁਆਇਰਮੈਂਟ ਕੀ ਹੈ, ਤੁਹਾਡੇ ਲਾਸਟ ਕੁਆਲੀਫਿਕੇਸ਼ਨ ਦੇ ਵਿੱਚੋਂ ਕਿੰਨੇ % ਮਾਰਕਸ ਹੋਣੇ ਚਾਹੀਦੇ ਨੇ ਤੇ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਨੇ ਜੋ ਫਲੈਮਿੰਗ ਕਾਲਜ ਦੇ ਵਿੱਚ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਲੇਕਿਨ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਮੇਕ ਸ਼ੋਰ ਯੂ ਹਿੱਟ ਦੈਟ ਸਬਸਕ੍ਰਾਈਬ ਬਟਨ ਪਲੱਸ ਬੈਲ ਨੋਟੀਫਿਕੇਸ਼ਨ ਆਈਕਨ ਜ਼ਰੂਰ ਔਨ ਕਰ ਲਿਓ ਤਾਂ ਕਿ ਜਦ ਮੈਂ ਕੋਈ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜੋ ਹੈ ਤੁਹਾਨੂੰ ਮਿਲ ਜੇ। ਤਾਂ ਹੁਣ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ। दोस्तों जेकर तुसी अपना फ्लैमिंग कॉलेज विच ऑफर लैटर अप्लाई करना चाहते हो तो नीचे दिए नंबर से सानू कॉन्टैक्ट कर सकते हो, अपने डॉक्यूमेंट सानू ईमेल के थ्रू भेज सकते हो, ऑनलाइन भी सानू कॉन्टैक्ट कर सकते हो। ਤੁਹਾਨੂੰ ਫਲੈਮਿੰਗ ਕਾਲਜ ਦਾ ਜੋ ਆਫਰ ਲੈਟਰ ਅਸੀਂ 45 ਡੇਜ਼ ਦੇ ਵਿੱਚ ਲੈ ਕੇ ਦੇਵਾਂਗੇ ਤਾਂ ਕੋਈ ਵੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੋਏਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਕੈਨੇਡੀਅਨ ਐਮਬੈਸੀ ਦੇ ਵਿੱਚ ਫਾਈਲ ਵੀ ਸਾਡੇ ਥਰੂ ਲਗਵਾਉਣਾ ਚਾਹੁੰਦੇ ਤਾਂ ਵੀ ਸਾਨੂੰ ਨੀਚੇ ਦਿੱਤੇ ਨੰਬਰ 'ਤੇ ਕਾਲ ਕਰਕੇ ਸਾਡੇ ਨਾਲ ਕੰਸਲਟ ਕਰ ਸਕਦੇ ਹੋ, ਆਪਣੀ ਫਾਈਲ ਕੈਨੇਡੀਅਨ ਐਮਬੈਸੀ ਦੇ ਵਿੱਚ ਸਾਡੇ ਥਰੂ ਲਗਵਾ ਸਕਦੇ ਹੋ। ਜੋ ਸਾਡੀ ਖਾਸੀਅਤ ਹੈ ਉਹ ਇਹ ਹੈ ਕਿ ਤੁਹਾਡੇ ਨਾਲ ਹਰ ਇੱਕ ਚੀਜ਼ ਟਰਾਂਸਪੇਰੈਂਟਲੀ ਸ਼ੇਅਰ ਕੀਤੀ ਜਾਵੇ, ਕੋਈ ਵੀ ਡਾਕੂਮੈਂਟ ਤੁਹਾਨੂੰ ਦਿਖਾਏ ਬਿਨਾਂ ਕੈਨੇਡੀਅਨ ਐਮਬੈਸੀ ਦੇ ਵਿੱਚ ਸਬਮਿਟ ਨਹੀਂ ਕੀਤਾ ਜਾਏਗਾ। ਤਾਂ 100% ਟਰਾਂਸਪੇਰੈਂਸੀ ਤੁਹਾਨੂੰ ਅਪਲਾਈ ਸਟੱਡੀ ਵੀਜ਼ਾ ਦੇ ਥਰੂ ਮਿਲੇਗੀ। ਤੇ ਇਸ ਤੋਂ ਇਲਾਵਾ ਤੁਸੀਂ ਜੇਕਰ ਹੋਰ ਵੀ ਕੋਈ ਕੁਆਰੀ ਲੈਣੀ ਹੈ ਤਾਂ ਸਾਨੂੰ ਨੀਚੇ ਦਿੱਤੇ ਨੰਬਰ 'ਤੇ ਕੰਟੈਕਟ ਕਰਕੇ ਲੈ ਸਕਦੇ ਹੋ। ਤਾਂ ਉਸ ਤੋਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਲੈਮਿੰਗ ਕਾਲਜ ਦੀ ਹਿਸਟਰੀ ਦੇ ਬਾਰੇ। ਫਲੈਮਿੰਗ ਕਾਲਜ ਜੋ ਇਸਟੈਬਲਿਸ਼ ਹੋਇਆ ਸੀ 1967 ਦੇ ਵਿੱਚ ਹੋਇਆ ਸੀਗਾ। ਇਸ ਜੋ ਹਿਸਟਰੀ ਇਸ ਤੋਂ ਹੀ ਪੁਰਾਣੀ ਹੈ। ਜੋ ਫਲੈਮਿੰਗ ਕਾਲਜ ਨੂੰ ਜੋ ਫਲੈਮਿੰਗ ਨਾਮ ਦਿੱਤਾ ਗਿਆ ਉਹ ਮਿਸਟਰ ਫਲੈਮਿੰਗਸ ਦੇ ਨੇਮ ਤੋਂ ਦਿੱਤਾ ਗਿਆ, ਜਿਹੜੀ ਸਕਾਟਲੈਂਡ ਦੇ ਵਿੱਚ ਬੌਰਨ ਹੋਏ ਸੀ 1827 ਦੇ ਵਿੱਚ। ਬਾਅਦ ਵਿੱਚ ਉਹਨਾਂ ਨੇ ਪਿਟਸਬਰਗ ਦੇ ਵਿੱਚ ਮੂਵ ਕਰ ਗਏ ਸੀ ਉਹ 1845 ਦੇ ਵਿੱਚ। ਅਤੇ ਇਸ ਸਮੇਂ 2017 ਦੇ ਵਿੱਚ ਫਲੈਮਿੰਗ ਕਾਲਜ ਨੇ ਆਪਣੀ 50th ਐਨੀਵਰਸਰੀ ਮਨਾਈ ਹੈ ਅਤੇ ਇਸ ਸਮੇਂ ਇਹਨਾਂ ਕੋਲ 100 ਤੋਂ ਜ਼ਿਆਦਾ ਪ੍ਰੋਗਰਾਮਸ ਅਵੇਲੇਬਲ ਨੇ ਜਿਹੜੇ ਕਿ ਫੁੱਲ ਟਾਈਮ ਨੇ। ਇੰਟਰਨੈਸ਼ਨਲ ਸਟੂਡੈਂਟਸ ਲਈ ਸਾਰੇ ਦੇ ਸਾਰੇ ਪ੍ਰੋਗਰਾਮਸ ਅਵੇਲੇਬਲ ਨੇ, ਲਾਈਕ ਇਹਨਾਂ ਕੋਲ ਸਾਇੰਸ ਦੇ ਪ੍ਰੋਗਰਾਮ ਨੇ, ਜਨਰਲ ਆਰਟਸ ਦੇ ਨੇ, ਹੈਲਥ ਐਂਡ ਵੈਲਨੈਸ ਦੇ ਨੇ, ਜਸਟਿਸ ਐਂਡ ਕਮਿਊਨਿਟੀ ਦੇ, ਸਕਿੱਲ ਟ੍ਰੇਡ ਐਂਡ ਟੈਕਨੋਲੋਜੀ ਦੇ ਪ੍ਰੋਗਰਾਮ ਇਹਨਾਂ ਕੋਲ ਅਵੇਲੇਬਲ ਨੇ। ਤਾਂ ਫਲੈਮਿੰਗ ਕਾਲਜ ਕੈਨੇਡਾ ਦਾ ਇੱਕ ਰਿਨਾਊਨ ਅਤੇ ਵੈਲ ਨੋਨ ਕਾਲਜ ਹੈ, ਪਬਲਿਕ ਕਾਲਜ ਹੈ। ਤਾਂ ਤੁਹਾਨੂੰ ਬਹੁਤ ਸਟੱਡੀ ਵਰਕ ਪਰਮਿਟ ਵੀ ਇੱਥੇ ਮਿਲੇਗਾ ਤਾਂ ਕੋਈ ਵੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੋਏਗੀ। ਇਸ ਦਾ ਜੋ DLI ਨੰਬਰ ਹੈਗਾ ਉਹ ਹੈਗਾ 019303189722। ਤਾਂ ਤੁਹਾਨੂੰ ਇੱਥੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਤਾਂ ਇਹ ਸੀ ਕਿ ਬੇਸਿਕ ਇੰਟਰੋਡਕਸ਼ਨ ਫਲੈਮਿੰਗ ਕਾਲਜ ਦੀ। ਹੁਣ ਆਪਾਂ ਗੱਲ ਕਰਦੇ ਹਾਂ ਇੱਥੇ ਕੈਂਪਸਿਸ ਤੁਹਾਨੂੰ ਕਿਹੜੇ ਦੇਖਣ ਨੂੰ ਮਿਲਣਗੇ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਫਲੈਮਿੰਗ ਕਾਲਜ ਦੇ ਕੈਂਪਸਿਸ ਦੇ ਬਾਰੇ। ਕੈਂਪਸ ਫਲੈਮਿੰਗ ਕਾਲਜ ਦੇ ਦੋ ਹੀ ਨੇ, ਇੱਕ ਤਾਂ ਇਹਨਾਂ ਦਾ ਹੈਗਾ ਸਾਊਦਰਲੈਂਡ ਕੈਂਪਸ, ਇੱਕ ਹੈਗਾ ਫਰੋਸਟ ਕੈਂਪਸ। ਅਤੇ ਜੋ ਕੈਂਪਸ ਨੇ ਫਲੈਮਿੰਗ ਕਾਲਜ ਦੇ ਉਹ ਤੁਹਾਨੂੰ ਲਗਭਗ 200 ਏਕੜ ਦੇ ਜ਼ਮੀਨ ਦੇ ਵਿੱਚ ਦੇਖਣ ਨੂੰ ਮਿਲਣਗੇ। ਇਸ ਦੇ ਵਿੱਚ ਤੁਹਾਨੂੰ ਗ੍ਰੀਨ ਸਪੇਸਿਸ ਦੇਖਣ ਨੂੰ ਮਿਲਣਗੇ, ਆਸ-ਪਾਸ ਰਿਵਰਸ ਐਂਡ ਲੇਕਸ ਨੇ, ਕਾਫੀ ਸਾਰੇ ਬਿਊਟੀਫੁਲ ਲੋਕੇਸ਼ਨ ਨੇ, ਗ੍ਰੀਨਰੀ ਆਸ-ਪਾਸ ਬਹੁਤ ਹੈ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕੈਨੇਡਾ ਦੇ ਵੈਸੇ ਹੀ ਗ੍ਰੀਨਰੀ ਥੋੜ੍ਹੀ ਜਿਹੀ ਜ਼ਿਆਦਾ। ਤਾਂ ਇਸ ਲਾਈਕ ਜੋ ਫਲੈਮਿੰਗ ਕਾਲਜ ਦੇ ਕੈਂਪਸਿਸ ਨੇ ਉੱਥੇ ਵੀ ਤੁਹਾਨੂੰ ਕਾਫੀ ਗ੍ਰੀਨਰੀ ਦੇਖਣ ਨੂੰ ਮਿਲੇਗੀ। ਇਨਵਾਇਰਮੈਂਟ ਟੈਕਨੋਲੋਜੀ ਵਿੰਗ ਵੀ ਉੱਥੇ ਹੈਗਾ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਹਾਨੂੰ ਫਲੈਮਿੰਗ ਕਾਲਜ ਦੇ ਕੈਂਪਸ ਦੇ ਵਿੱਚ ਦੇਖਣ ਨੂੰ ਬਹੁਤ ਹੀ ਬਿਊਟੀਫੁਲ ਅਤੇ ਵੈਲ ਇਨਫਰਾਸਟਰਕਚਰ ਵਾਲੇ ਕੈਂਪਸਿਸ ਤੁਹਾਨੂੰ ਫਲੈਮਿੰਗ ਕਾਲਜ ਦੇ ਵਿੱਚ ਦੇਖਣ ਨੂੰ ਮਿਲਣਗੇ। ਅਤੇ ਜੋ ਦੋਨੋਂ ਹੀ ਕੈਂਪਸਿਸ ਨੇ ਤੁਹਾਨੂੰ ontario ਦੇ ਵਿੱਚ ਦੇਖਣ ਨੂੰ ਮਿਲ ਜਾਏਗਾ। ਵਨ ਤੁਹਾਨੂੰ ਪਿਟਸਬਰਗ ਦੇ ਵਿੱਚ ਮਿਲ ਜਾਏਗਾ, ਸੈਕਿੰਡ ਤੁਹਾਨੂੰ ਲਿੰਡਸੇ ਦੇ ਵਿੱਚ ਮਿਲ ਜਾਏਗਾ। ਤਾਂ ਦੋਨੋਂ ਹੀ ਕੈਂਪਸ ਤੁਹਾਨੂੰ ontario ਦੇ ਵਿੱਚ ਦੇਖਣ ਨੂੰ ਮਿਲ ਜਾਣਗੇ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਲੈਟਰ ਆਫ ਐਕਸੈਪਟੈਂਸ ਦੀ ਜਾਂ ਆਫਰ ਲੈਟਰ ਦੀ, ਕਿ ਆਫਰ ਲੈਟਰ ਦੀ ਫੀਸ ਕਿੰਨੀ ਹੈ। ਤਾਂ ਫਲੈਮਿੰਗ ਕਾਲਜ ਦੇ ਵਿੱਚ ਲੈਟਰ ਆਫ ਐਕਸੈਪਟੈਂਸ ਦੀ ਜੋ ਫੀਸ ਹੈ ਉਹ ਹੈਗੀ ਹੈ $100 ਕੈਨੇਡੀਅਨ ਅਤੇ ਨਾਨ ਰਿਫੰਡੇਬਲ ਹੈ। ਚਾਹੇ ਤੁਹਾਡਾ ਲੈਟਰ ਆਵੇ ਚਾਹੇ ਨਾ ਆਵੇ, ਤੁਹਾਡੇ $100 ਵਾਪਸ ਨਹੀਂ ਆਉਣਗੇ ਅਗਰ ਤੁਸੀਂ ਇੱਕ ਵਾਰ ਅਪਲਾਈ ਕਰਤਾ। ਅਤੇ ਜੋ ਆਫਰ ਲੈਟਰ ਆਉਣ ਦੀ ਟਾਈਮਿੰਗ ਹੈ ਉਹ 45 ਡੇਜ਼ ਦੇ ਆਸ-ਪਾਸ ਹੈ, ਸਮਟਾਈਮਸ 50 ਹੋ ਜਾਂਦੀ ਹੈ ਕੋਵਿਡ ਦੀ ਵਜ੍ਹਾ ਨਾਲ। ਅਪਾਰਟ ਫਰੋਮ ਦੈਟ ਲਾਈਕ ਤੁਹਾਡੇ 45 ਡੇਜ਼ ਦੇ ਵਿੱਚ ਤੁਹਾਡਾ ਫਲੈਮਿੰਗ ਕਾਲਜ ਤੋਂ ਆਫਰ ਲੈਟਰ ਆ ਜਾਂਦਾ ਹੈ। ਇਸ ਤੋਂ ਇਲਾਵਾ ਦੋਸਤੋ ਜੇਕਰ ਮੈਂ ਗੱਲ ਕਰਾਂ ਇਨਟੇਕਸ ਦੀ ਤਾਂ ਬੇਸਿਕਲੀ 3 ਇਨਟੇਕਸ ਤੁਹਾਨੂੰ ਫਲੈਮਿੰਗ ਕਾਲਜ ਦੇ ਵਿੱਚ ਦੇਖਣ ਨੂੰ ਮਿਲਣਗੇ, ਜੋ ਕਿ ਤੁਹਾਨੂੰ ਮੈਜੋਰਿਟੀ ਆਫ ਪਬਲਿਕ ਕਾਲਜ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਜੈਨ, ਮਈ ਅਤੇ ਸੈਪਤੰਬਰ। ਲੇਕਿਨ ਜ਼ਿਆਦਾਤਰ ਜੋ ਪ੍ਰੋਗਰਾਮਸ ਨੇ ਲਾਈਕ ਖਾਸ ਕਰਕੇ ਜੋ PG ਪ੍ਰੋਗਰਾਮਸ ਨੇ ਉਹ ਸੈਪਤੰਬਰ ਦੇ ਵਿੱਚ ਸਟਾਰਟ ਹੁੰਦੇ ਨੇ। UG ਪ੍ਰੋਗਰਾਮਸ ਤੁਹਾਨੂੰ 3 ਹੀ ਇਨਟੇਕਸ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ। ਅਗਰ ਮੈਂ ਗੱਲ ਕਰਾਂ ਦੋਸਤੋ ਐਡਮਿਸ਼ਨ ਰਿਕੁਆਇਰਮੈਂਟਸ ਦੀ, ਅਗਰ ਤੁਸੀਂ ਅੰਡਰ ਗ੍ਰੈਜੂਏਟ ਪ੍ਰੋਗਰਾਮ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ 12th ਦੇ ਵਿੱਚ 50% ਤੋਂ ਜ਼ਿਆਦਾ ਮਾਰਕਸ ਹੋਣੇ ਚਾਹੀਦੇ ਨੇ, ਪਲੱਸ ਤੁਹਾਡੇ 3 ਜੋ ਮੇਜਰ ਸਬਜੈਕਟਸ ਨੇ ਉਹਦੇ ਵਿੱਚ 50% ਤੋਂ ਜ਼ਿਆਦਾ ਹੋਣੇ ਚਾਹੀਦੇ ਨੇ। ਅਗਰ ਮੈਂ ਕਰਾਂ ਆਰਟਸ ਦੀ ਰਿਕੁਆਇਰਮੈਂਟ ਦੀ ਗੱਲ ਤਾਂ ਓਵਰਆਲ 6 ਹੋਣੇ ਚਾਹੀਦੇ ਨੇ, 6 ਈਚ ਦੀ ਰਿਕੁਆਇਰਮੈਂਟ ਹੈ। 1 ਮੋਡਿਊਲ ਦੇ ਵਿੱਚ 5.5 ਐਕਸੈਪਟਡ ਨੇ ਅਗਰ ਤੁਹਾਡੇ ਇੰਗਲਿਸ਼ ਦੇ ਵਿੱਚ 50% ਤੋਂ ਜ਼ਿਆਦਾ ਨੇ। ਓਵਰਆਲ ਤੁਹਾਡੇ 6 ਐਜ਼ ਦੇ ਬੈਂਡ ਸਕੋਰ ਹੋਣੇ ਚਾਹੀਦੇ। ਅਗਰ ਮੈਂ ਗੱਲ ਕਰਾਂ PTE ਦੀ ਤਾਂ 58 ਦੀ
ਦੀ ਰਿਕੁਆਇਰਮੈਂਟ ਆ। TOEFL IBT ਦੀ ਗੱਲ ਕਰਾਂ ਤਾਂ 80 ਰਿਕੁਆਇਰਮੈਂਟ ਹੈ। ਕਿਸੇ ਵੀ ਮੋਡਿਊਲ ਦੇ ਵਿੱਚ ਤੁਹਾਡੇ 20 ਤੋਂ ਘੱਟ ਸਕੋਰ ਨਹੀਂ ਹੋਣਾ ਚਾਹੀਦਾ। ਦੇਖੋ ਤੁਸੀਂ ਆਫਰ ਲੈਟਰ ਅਪਲਾਈ ਕਰਨਾ ਚਾਹੁੰਦੇ ਤਾਂ ਡਿਊਲਿੰਗੋ ਦੇ ਨਾਲ ਵੀ ਕਰ ਸਕਦੇ ਹੋ 105 ਸਕੋਰ ਦੇ ਨਾਲ। ਅਗਰ ਮੈਂ ਗੱਲ ਕਰਾਂ ਗ੍ਰੈਜੂਏਟ ਸਰਟੀਫਿਕੇਟ ਲਈ, ਅਗਰ ਤੁਸੀਂ ਗ੍ਰੈਜੂਏਟ ਸਰਟੀਫਿਕੇਟ ਇੱਥੇ ਕਰਨਾ ਚਾਹੁੰਦੇ ਹੋ, PG ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਮਿਨੀਮਮ 2 ਇਅਰਸ ਦਾ ਅੰਡਰ ਗ੍ਰੈਜੂਏਟ ਡਿਪਲੋਮਾ ਹੋਣਾ ਚਾਹੀਦਾ ਜਾਂ ਬੈਚਲਰਸ ਡਿਗਰੀ ਹੋਣੀ ਚਾਹੀਦੀ ਹੈ। ਅਤੇ ਜੋ ਇੱਥੇ IELTS ਦੀ ਰਿਕੁਆਇਰਮੈਂਟ ਹੈ ਉਹ ਹੋ ਜਾਏਗੀ ਵੱਧ ਕੇ 6.5 ਨਾਟ ਲੈਸ ਦੈਨ 6। ਡਿਊਲਿੰਗੋ ਦੀ 115 ਹੋ ਜਾਏਗੀ। TOEFL IBT ਦੀ 88 ਹੋ ਜਾਏਗੀ। ਨੋ ਮੋਡਿਊਲ ਲੈਸ ਦੈਨ 22 ਐਂਡ ਜੋ PT ਦੀ ਓਵਰਆਲ ਰਿਕੁਆਇਰਮੈਂਟ ਹੋ ਜਾਏਗੀ ਉਹ ਹੋ ਜਾਏਗੀ 60 ਦੀ। ਤਾਂ ਇਹ ਹੈ ਐਡਮਿਸ਼ਨ ਰਿਕੁਆਇਰਮੈਂਟਸ ਅਤੇ ਇੰਗਲਿਸ਼ ਦੀਆਂ ਰਿਕੁਆਇਰਮੈਂਟ ਫਲੈਮਿੰਗ ਕਾਲਜ ਦੇ ਲਈ। ਅਗਰ ਮੈਂ ਗੱਲ ਕਰਾਂ ਦੋਸਤੋ ਕੋਰਸਿਸ ਦੀ, ਤਾਂ ਕੋਰਸਿਸ ਦੀ ਇੱਥੇ ਕੋਈ ਵੀ ਕਮੀ ਨਹੀਂ ਹੈ। ਫਲੈਮਿੰਗ ਕਾਲਜ ਦੇ ਵਿੱਚ 100+ ਪ੍ਰੋਗਰਾਮਸ ਅਵੇਲੇਬਲ ਨੇ। ਅਗਰ ਮੈਂ ਗੱਲ ਕਰਾਂ UG ਡਿਪਲੋਮਾਸ ਦੀ ਤਾਂ ਤੁਹਾਡੇ ਕੋਲ ਲਾਈਕ ਸਪੋਰਟਸ ਗੁੱਡਸ ਦੇ ਵਿੱਚ ਆ ਜਾਏਗਾ, ਬਿਜ਼ਨਸ ਦੇ ਵਿੱਚ ਆ ਜਾਏਗਾ, ਕੰਪਿਊਟਰ ਇੰਜੀਨੀਅਰਿੰਗ ਟੈਕਨੀਸ਼ੀਅਨ ਦੇ ਵਿੱਚ ਆ ਜਾਏਗਾ, ਫਿਟਨੈਸ ਐਂਡ ਹੈਲਥ ਪ੍ਰਮੋਸ਼ਨ, ਹੌਸਪਿਟੈਲਿਟੀ, ਮੈਂਟਲ ਹੈਲਥ, ਪੈਰਾਲੀਗਲ, ਪੁਲਿਸ ਫਾਊਂਡੇਸ਼ਨ, ਟੂਰਿਜ਼ਮ, ਕਾਰਪੈਂਟਰੀ, ਕੰਸਟਰਕਸ਼ਨ ਇੰਜੀਨੀਅਰਿੰਗ ਟੈਕਨੀਸ਼ੀਅਨ, ਡਿਵੈਲਪਮੈਂਟ ਸਰਵਿਸ ਵਰਕਰ, ਜੋ ਫੇਮਸ ਪ੍ਰੋਗਰਾਮ ਨੇ ਉਹ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ। ਫਾਰਮੇਸੀ ਟੈਕਨੀਸ਼ੀਅਨ, protection, security and investigation, social service worker, welding and fabrication technician, community and justice services, culinary management, early childhood education, law clerk, heating, refrigeration, air conditioner worker, ਇਸ ਤੋਂ ਇਲਾਵਾ ਈਕੋਸਿਸਟਮ ਮੈਨੇਜਮੈਂਟ ਟੈਕਨੀਸ਼ੀਅਨ, ਫਿਸ਼ ਐਂਡ ਵਾਈਲਡ ਲਾਈਫ ਟੈਕਨੀਸ਼ੀਅਨ, ਜੋ ਕਿ ਬਹੁਤ ਸਾਰੇ ਲਾਈਕ ਐਗਰੀਕਲਚਰ ਵਾਲੇ ਸਟੂਡੈਂਟ ਪੁੱਛ ਰਹੇ ਨੇ ਕਿ ਸਾਨੂੰ ਕਿਹੜਾ ਪ੍ਰੋਗਰਾਮ ਲੈਣਾ ਚਾਹੀਦਾ। ਫਿਸ਼ ਐਂਡ ਵਾਈਲਡ ਲਾਈਫ ਟੈਕਨੀਸ਼ੀਅਨ ਦਾ ਤੁਸੀਂ ਲੈ ਸਕਦੇ ਹੋ। ਇਸ ਤੋਂ ਇਲਾਵਾ ਅਰਥ ਰਿਸੋਰਸ ਟੈਕਨੀਸ਼ੀਅਨ ਦਾ ਹੈਗਾ, ਫੋਰੈਸਟ ਟੈਕਨੀਸ਼ੀਅਨ ਦਾ ਹੈਗਾ। ਫੋਰੈਸਟ ਟੈਕਨੀਸ਼ੀਅਨ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ। ਅਰਬਨ ਫੋਰੈਸਟ ਟੈਕਨੀਸ਼ੀਅਨ, ਬਹੁਤ ਸਾਰੇ ਪ੍ਰੋਗਰਾਮ ਨੇ। ਤਾਂ ਲਾਗੂ ਤੁਹਾਡੇ ਕੋਲ ਅਗਰ ਤੁਸੀਂ ਕਿਸੇ ਵੀ ਸਟਰੀਮ ਤੋਂ ਤਾਂ ਫਲੇਮਿੰਗ ਕਾਲਜ ਦੇ ਵਿੱਚ ਤੁਹਾਡੇ ਲਈ ਕੋਈ ਨਾ ਕੋਈ ਪ੍ਰੋਗਰਾਮ ਹੋਏਗਾ ਹੀ ਹੋਏਗਾ। ਤਾਂ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੋਏਗੀ। ਅਗਰ ਮੈਂ ਗੱਲ ਕਰਾਂ ਗ੍ਰੈਜੂਏਟ ਸਰਟੀਫਿਕੇਟ ਦੀ ਤਾਂ ਇੱਥੇ ਤੁਹਾਨੂੰ ਸਸਟੇਨੇਬਲ ਵੇਸਟ ਮੈਨੇਜਮੈਂਟ ਦਾ ਮਿਲ ਜਾਏਗਾ, ਇਨਵਾਇਰਮੈਂਟ ਵਿਜ਼ੂਅਲ ਕਮਿਊਨੀਕੇਸ਼ਨ ਦਾ ਮਿਲ ਜਾਏਗਾ, ਹੈਲਥ ਸੇਫਟੀ ਐਂਡ ਇਨਵਾਇਰਮੈਂਟ ਦਾ ਮਿਲ ਜਾਏਗਾ, ਐਕੁਆਕਲਚਰ ਦਾ ਮਿਲ ਜਾਏਗਾ, ਜੋ ਕਿ ਬਹੁਤ ਘੱਟ ਕਾਲਜਿਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਵਰਚੁਅਲ ਰਿਐਲਿਟੀ ਦਾ ਪ੍ਰੋਗਰਾਮ ਮਿਲ ਜਾਏਗਾ, ਪ੍ਰੋਜੈਕਟ ਮੈਨੇਜਮੈਂਟ, ਸਪਲਾਈ ਚੇਨ ਮੈਨੇਜਮੈਂਟ, ਵਾਇਰਲੈਸ ਇਨਫੋਰਮੇਸ਼ਨ ਨੈਟਵਰਕਿੰਗ, ਐਮਰਜੈਂਸੀ ਮੈਨੇਜਮੈਂਟ, ਥੈਰੇਪਿਸਟ ਦਾ ਮਿਲ ਜਾਏਗਾ, ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦਾ ਮਿਲ ਜਾਏਗਾ, ਬਹੁਤ ਸਾਰੇ ਸਸਟੇਨੇਬਲ ਐਗਰੀਕਲਚਰ ਦਾ ਮਿਲ ਜਾਏਗਾ। ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਕੋਲ ਰੀਸੈਂਟਲੀ ਮੈਨੂੰ ਕੰਟੈਕਟ ਕੀਤਾ ਐਗਰੀਕਲਚਰ ਰਿਲੇਟਡ ਨੇ, ਜਿਨ੍ਹਾਂ ਨੇ BSc ਐਗਰੀਕਲਚਰ ਦੇ ਵਿੱਚ ਕੀਤੀ ਹੈ ਜਾਂ ਫਿਰ +2 ਦੇ ਵਿੱਚ ਐਗਰੀਕਲਚਰ ਉਹਨਾਂ ਮੇਜਰ ਸਬਜੈਕਟ ਸੀ। ਤਾਂ ਐਗਰੀਕਲਚਰ ਰਿਲੇਟਡ ਵੀ ਤੁਹਾਨੂੰ ਫਲੈਮਿੰਗ ਕਾਲਜ ਦੇ ਵਿੱਚ ਕਾਫੀ ਆਪਸ਼ਨਸ ਮਿਲ ਜਾਣਗੇ। ਤਾਂ ਇਹ ਸੀਗੇ ਪ੍ਰੋਗਰਾਮਸ। ਅਗਰ ਮੈਂ ਗੱਲ ਕਰਾਂ ਦੋਸਤੋ ਟਿਊਸ਼ਨ ਫੀਸ ਦੀ, ਤਾਂ ਜ਼ਿਆਦਾਤਰ ਜੋ ਫਲੈਮਿੰਗ ਕਾਲਜ ਦੇ ਪ੍ਰੋਗਰਾਮਸ ਨੇ ਉਹਨਾਂ ਦੀ ਜੋ ਫੀਸ ਹੈ ਉਹ 14,000 ਕੈਨੇਡੀਅਨ ਡਾਲਰ ਦੇ ਆਸ-ਪਾਸ ਹੀ ਹੈ। ਕੁਛ ਪ੍ਰੋਗਰਾਮ ਨੇ ਜਿਹੜੇ ਕਿ ਵੱਧ ਕੇ 17,000 ਤੱਕ ਚਲੇ ਜਾਂਦੇ ਨੇ, ਲੇਕਿਨ ਮੈਜੋਰਿਟੀ ਜੋ ਡਿਪਲੋਮਾਸ ਨੇ ਉਹ ਤੁਹਾਨੂੰ 13 ਤੋਂ ਲੈ ਕੇ 20,000 ਕੈਨੇਡੀਅਨ ਡਾਲਰ ਦੇ ਵਿੱਚ ਮਿਲ ਜਾਣਗੇ। ਜਿਵੇਂ ਲਾਅ ਕਲਰਕ ਵਗੈਰਾ ਦਾ ਵੀ ਤੁਹਾਨੂੰ ਆਫਿਸ ਐਡਮਿਨਿਸਟ੍ਰੇਸ਼ਨ ਦਾ 20,000 ਕੈਨੇਡੀਅਨ ਡਾਲਰ ਤੱਕ ਚਲਾ ਜਾਂਦਾ, ਲੇਕਿਨ ਮੈਜੋਰਿਟੀ ਲਾਈਕ 14,000 ਕੈਨੇਡੀਅਨ ਡਾਲਰ ਤੋਂ 18,000 ਕੈਨੇਡੀਅਨ ਡਾਲਰ ਦੇ ਵਿੱਚ ਨੇ। ਤਾਂ ਐਵਰੇਜ ਫੀਸ ਹੈ, ਕੋਈ ਜ਼ਿਆਦਾ ਫੀਸਿਸ ਇੱਥੇ ਨਹੀਂ ਹੈਗੀਆਂ। ਗ੍ਰੈਜੂਏਟ ਸਰਟੀਫਿਕੇਟ ਦੀ ਗੱਲ ਕਰਾਂ ਤਾਂ 17,000 ਕੈਨੇਡੀਅਨ ਡਾਲਰ ਤੋਂ ਲੈ ਕੇ 20,000 ਕੈਨੇਡੀਅਨ ਡਾਲਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। IBM ਤੁਹਾਨੂੰ 15,000 ਕੈਨੇਡੀਅਨ ਡਾਲਰ ਦੇ ਵਿੱਚ ਦੇ ਆਸ-ਪਾਸ ਹੀ ਮਿਲ ਜਾਏਗਾ। ਤਾਂ ਜੋ ਫੇਮਸ ਪ੍ਰੋਗਰਾਮਸ ਨੇ ਉਹ ਤੁਹਾਨੂੰ 15,000 to 16,000 ਕੈਨੇਡੀਅਨ ਡਾਲਰ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ PG ਦੇ ਵਿੱਚ। ਅਤੇ ਕਿਤੇ ਖਾਸ ਗੱਲ ਇਹ ਵੀ ਹੈ ਜੋ PG ਪ੍ਰੋਗਰਾਮਸ ਨੇ ਉਹ ਮੈਜੋਰਿਟੀ ਜੋ PG ਪ੍ਰੋਗਰਾਮਸ ਨੇ ਉਹ 2 ਇਅਰਸ ਦੇ ਨੇ, ਜੋ ਕਿ ਬਹੁਤ ਘੱਟ ਕਾਲਜਿਸ ਦੇ ਵਿੱਚ ਹੁੰਦੇ ਨੇ, ਜਿਵੇਂ ਕਿ ਗਲੋਬਲ ਬਿਜ਼ਨਸ ਮੈਨੇਜਮੈਂਟ ਹੋ ਗਿਆ, ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਹੋ ਗਿਆ। ਇਹ 2 ਇਅਰਸ ਦੇ ਪ੍ਰੋਗਰਾਮ ਨੇ। ਸਪਲਾਈ ਚੇਨ ਮੈਨੇਜਮੈਂਟ ਤਾਂ ਤੁਸੀਂ ਫਲੈਮਿੰਗ ਕਾਲਜ ਦੇ ਵਿੱਚ ਅਗਰ ਤੁਸੀਂ PG ਪ੍ਰੋਗਰਾਮ ਦੇਖ ਰਹੇ ਹੋ 2 ਇਅਰਸ ਦਾ ਤਾਂ ਤੁਹਾਨੂੰ ਫਲੈਮਿੰਗ ਕਾਲਜ ਦੇ ਵਿੱਚ ਆਪਸ਼ਨ ਮਿਲ ਜਾਣਗੇ। ਅਤੇ ਜੈਨ ਇਨਟੇਕ ਇਸ ਸਮੇਂ ਅਵੇਲੇਬਲ ਹੈ। ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਨੀਚੇ ਤੇ ਨੰਬਰ 'ਤੇ ਕੰਟੈਕਟ ਕਰਕੇ ਅਪਲਾਈ ਕਰ ਸਕਦੇ ਹੋ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਰਿਫੰਡ ਪੋਲਿਸੀ ਦੀ। ਰਿਫੰਡ ਪੋਲਿਸੀ ਕਾਲਜ ਦੀ ਕੀ ਹੈ? ਸਭ ਤੋਂ ਪਹਿਲਾਂ ਜੋ ਲੈਟਰ ਆਫ ਐਕਸੈਪਟੈਂਸ ਦੀ ਫੀਸ ਹੈ ਤੁਹਾਡੀ ਰਿਫੰਡ ਨਹੀਂ ਹੋਏਗੀ। ਇੱਕ ਵਾਰ ਤੁਸੀਂ ਪੇ ਕਰਤੀ ਉਹ ਰਿਫੰਡ ਨਹੀਂ ਹੋਏਗੀ। ਲੇਕਿਨ ਇਨ ਕੇਸ ਅਗਰ ਤੁਸੀਂ ਲਾਈਕ ਫਲੈਮਿੰਗ ਕਾਲਜ ਦੇ ਵਿੱਚ ਆਪਣੀ ਫਾਈਲ ਲਗਾਈ ਹੈ ਤਾਂ ਤੁਹਾਡਾ ਵੀਜ਼ਾ ਇਨ ਕੇਸ ਰਿਫਿਊਜ਼ ਹੋ ਜਾਂਦਾ ਹੈ ਤਾਂ ਤੁਹਾਡੀ 100% ਫੀਸ ਰਿਫੰਡ ਹੋਏਗੀ, ਮਾਈਨਸ ਜੋ 200 ਕੈਨੇਡੀਅਨ ਡਾਲਰ ਐਡਮਿਨਿਸਟ੍ਰੇਸ਼ਨ ਚਾਰਜਿਸ ਨੇ ਉਹਨੂੰ ਮਾਈਨਸ ਕਰਕੇ ਤੁਹਾਡੀ 100% ਫੀਸ ਜੋ ਤੁਹਾਡੇ ਅਕਾਊਂਟ ਦੇ ਵਿੱਚ ਰਿਫੰਡ ਕਰ ਦਿੱਤੀ ਜਾਏਗੀ। ਜੋ ਪ੍ਰੋਸੈਸਿੰਗ ਟਾਈਮ ਹੈ ਉਹ ਹੈਗਾ ਇਹਨਾਂ 10 ਡੇਜ਼ ਅਤੇ ਬੇਸਿਕ ਰਿਫੰਡ ਆਉਣ ਨੂੰ ਤੁਹਾਡੇ 45 ਡੇਜ਼ ਦੇ ਆਸ-ਪਾਸ ਲੱਗ ਜਾਂਦੇ ਨੇ। ਅਤੇ ਦੋਸਤੋ ਅਗਰ ਆਪਾਂ ਗੱਲ ਕਰੀਏ ਕਲਾਸਿਸ ਦੀ, ਪਰ ਵੀਕ ਤੁਹਾਨੂੰ ਕਲਾਸਿਸ ਕਿੰਨੀਆਂ ਲਗਾਉਣੀਆਂ ਪੈਣਗੀਆਂ? ਓਪਰੇਸ਼ਨਲ ਜੋ ਡੇਜ਼ ਨੇ ਕਲਾਸਿਸ ਦੇ ਉਹ 4 ਡੇਜ਼ ਨੇ ਜ਼ਿਆਦਾਤਰ ਪ੍ਰੋਗਰਾਮਸ ਲਈ। ਅਤੇ ਜੋ ਕਲਾਸ ਦਾ ਟਾਈਮ ਹੈ ਉਹ ਮਿਨੀਮਮ 4 ਆਵਰਸ ਦਾ ਤੁਹਾਡਾ ਹੋਏਗਾ। ਅਤੇ ਕੋਵਿਡ ਦੀ ਵਜ੍ਹਾ ਨਾਲ ਔਨਲਾਈਨ ਕਲਾਸਿਸ ਵੀ ਲੱਗ ਰਹੀਆਂ ਅਤੇ ਅਟੈਂਡੈਂਸ ਤੁਹਾਡੀ 75% ਤੋਂ ਅਬਵ ਹੋਣੀ ਚਾਹੀਦੀ ਹੈ ਅਗਰ ਤੁਸੀਂ ਪਾਸ ਹੋਣਾ ਚਾਹੁੰਦੇ ਹੋ। ਤਾਂ ਇਹ ਸੀਗੀ ਓਪਰੇਸ਼ਨਲ ਡੇਜ਼ ਆਫ ਕਲਾਸਿਸ ਦੀ ਡਿਟੇਲ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਗੈਪ ਦੀ, ਤਾਂ ਫਲੈਮਿੰਗ ਕਾਲਜ UG ਪ੍ਰੋਗਰਾਮ ਦੀ ਮੈਕਸ 2 ਇਅਰਸ ਦਾ ਗੈਪ ਐਕਸੈਪਟ ਕਰਦਾ ਅਤੇ
PG ਪ੍ਰੋਗਰਾਮ ਲਈ ਮੈਕਸ 5 ਇਅਰਸ ਦਾ ਗੈਪ ਐਕਸੈਪਟ ਕਰ ਰਿਹਾ, ਲੇਕਿਨ ਜਸਟੀਫਿਕੇਸ਼ਨ ਤੁਹਾਨੂੰ ਦੇਣੀ ਪਏਗੀ। ਤੁਸੀਂ ਇਸ ਤਰ੍ਹਾਂ ਹੀ ਦਿਖਾ ਸਕਦੇ ਹੋ ਤੁਸੀਂ ਫ੍ਰੀ ਸੀਗੇ 2 ਇਅਰਸ ਜਾਂ 5 ਇਅਰਸ, ਤੁਹਾਨੂੰ ਗੈਪ ਜਸਟੀਫਿਕੇਸ਼ਨ ਦੇਣੀ ਪਏਗੀ, ਉਹ ਵੀ ਲੈਟਰ ਆਫ ਐਕਸੈਪਟੈਂਸ ਅਪਲਾਈ ਕਰਦੇ ਸਮੇਂ ਹੀ, क्योंकि फ्लेमिंग कॉलेज काफ़ी अच्छा कॉलेज है। इस तरह नहीं कि सेंट क्लेयर की तरह तुम्हें ऐसे ही बिना कोई जस्टिफिकेशन देती, तो जस्टिफिकेशन देनी पैगी कि तुमने लाइक 2 ईयर या 5 ईयर अगर तुम PG प्रोग्राम में अप्लाई कर रहे हो तो तुमने उस टाइम के की किया। तो दोस्तों अगर मैं गल करा लिविंग एक्सपेंस की, तो ओंटारियो जो बेसिक लिविंग एक्सपेंस है एक स्टूडेंट का वो 400 to 500 का रूम रेंट होंगे, तो इस अलावा लाइक $300 के आस पास ईजली वो सर्वाइव कर लेंदा पर मंथ। तो 8 to लेके $900 कैनेडियन डॉलर पर मंथ का लिविंग एक्सपेंस हो गया, तो 10,000 कैनेडियन GIC नाल ईजली चल जाएगा। इस तो इलावा जो मोस्ट इंपॉर्टेंट चीज़ है कि सानू फ्लेमिंग कॉलेज के पोस्ट स्टडी वर्क परमिट मिलेगा या नहीं, तो तुहानू हर एक प्रोग्राम के नाल फ्लेमिंग कॉलेज के पोस्ट स्टडी वर्क परमिट मिलेगा, कोई भी दिक्कत परेशानी वाली गल नहीं है। 2 साल के प्रोग्राम तो बाद 3 साल का पोस्ट स्टडी वर्क परमिट मिलेगा, लेकिन उस तो अगर घट लेंथ है तो जिन्नी तो प्रोग्राम की लेंथ होएगी उन्ना ही तुहानू पोस्ट स्टडी वर्क परमिट देखने को मिलेगा। तो दोस्तों हुण आपां गल करदे हां छुट्टियां दी कि तुहानू छुट्टियां मिलणगीਆਂ कॉलेज दे विच या नहीं। बेसिकली इनू अजकल मॉडर्न लैंगुएज दे विच ड्रॉप किया जांदा कि ड्रॉप तुहानू मिलेगा या नहीं। तो फॉल दे विच तुहानू 3 वीक्स का ड्रॉप मिलता है, अगर तुसीं फ्लेमिंग कॉलेज विच हो तो 3 वीक्स का ड्रॉप फॉल दे विच मिलता है, तो तुसीं अपना लाइक घूम फिर सकते हो फॉल दे विच। 3 वीक्स का ड्रॉप मिलता है, तुसीं इंडिया आके जा सकते हो या फिर तुसीं अपने बेसिक असाइनमेंट्स वगैरह भी कर सकते हो। तो मेरे फाइनल वर्ड्स की ने फ्लेमिंग कॉलेज में लैके, फ्लेमिंग कॉलेज बहुत ही अच्छा पब्लिक कॉलेज है, तो कोई दिक्कत परेशानी नहीं होगी, पोस्ट स्टडी वर्क परमिट मिलता है, काफ़ी अच्छे ये कैंपसिस ने, लोकेशन वाइज भी काफ़ी अच्छा है, जॉब्स वगैरह भी तुहानू ईजली मिल जाएंगे। लेकिन ज़्यादातर इत्थे जो प्रॉब्लम आती है इंडियन स्टूडेंट्स थोड़े ਜਿਹੇ घट जाते हैं पंजाब तो खास करके, क्योंकि इत्थे लाइक जो अपने पंजाब के स्टूडेंट टोरंटो या वैनकूवर साइड जाना ज़्यादा पसंद कर रहे हैं, पिटसबर्ग थोड़ी जी घट स्टूडेंट जाते हैं। लेकिन इंडियन स्टूडेंट्स की अगर गल करें, इंडियन स्टूडेंट्स की रेशियो है 15 to 20% के आसपास। अगर आप इंटरनेशनल स्टूडेंट के हिसाब नाल लाइए तो 15 to 20% इंडियन स्टूडेंट्स की रेशियो है, तो तुहानू इंडियन स्टूडेंट्स थोड़े बहुत तो मिल जाएंगे, लेकिन बहुत ज़्यादा नहीं मिलेंगे जिदा कि तुहानू वैनकूवर या फिर आप कह सकते हैं मिसिसागा, ब्रैम्पटन, सरी दे विच देखने को मिलते हैं, उस तो थोड़ी जी घट देखने को मिलेंगे। अपार्ट फ्रॉम दैट सक्सैस रेट कॉलेज का बहुत ही हाई है। ज़्यादातर जो कॉलेज SGS प्रोफाइल्स नहीं पिक करते, या फिर जो बच्चों के PT बहुत अच्छे स्कोर ने वो बच्चों को चूज़ कर रहे हैं, तो सक्सैस रेट काफ़ी अच्छा है, कोई दिक्कत परेशानी वाली गल नहीं है। जो तुम अप्लाई करना चाहते हो मैं हाईली रैकमेंड करदा, अगर तुम एलिजिबल हो तो अप्लाई करके अपना वीज़ा लै सकते हो। जेकर तुम साडे थ्रू अप्लाई करना चाहते हो नीचे दिए गए नंबर से कॉन्टैक्ट कर सकते हो, साडा ऑफर लैटर मंगवा सकते हो, अपनी फाइलिंग भी कैनेडा स्टडी वीज़ा भी करवा सकते हो, कोई भी दिक्कत परेशानी वाली गल नहीं है। तो मैंने उम्मीद है कि तुहानू इस वीडियो में फ्लेमिंग कॉलेज के बारे डिटेल के नॉलेज मिल गई होगी। जेकर तुहानू स्टिल लगता है कि कोई क्वेश्चन या क्वेरी रह गई है तो उन्होंने नीचे दिते गए कॉन्टैक्ट नंबर से कॉन्टैक्ट करके पूछ सकते हो, या फिर कॉमेंट सैक्शन के भी पूछ सकते हो, उत्थे भी तुहानू रिप्लाई मिल जाएगा। तो दोस्तों जेकर तुसीं इस वीडियो में अजे तक देख रहे हो तो इस वीडियो में लाइक जरूर कर दो, शेयर कर दो अपने फ्रेंड्स एंड फैमिली मैंबर्स के साथ जो भी फ्लेमिंग कॉलेज के एडमिशन लैन के बारे सोच रहे हैं। तो हुण मैनूं दो इजाज़त जी, सत श्री अकाल।